ਕੁਛ ਅਧਿਆਇ 6। ਯਹੋਵਾ ਨੇ ਮੂਸਾ ਨੂੰ ਆਖਿਆ, ਹੁਣ ਤੂੰ ਵੇਖੇਗਾ ਕਿ ਮੈਂ ਫਿਰੌਨ ਨਾਲ ਕੀ ਕਰਾਂਗਾ, ਕਿਉਂ ਜੋ ਉਹ ਹੱਥ ਦੇ ਬਲ ਨਾਲ ਉਹਨਾਂ ਨੂੰ ਜਾਣ ਦੇਵੇਗਾ, ਸਗੋਂ ਹੱਥ ਦੇ ਬਲ ਨਾਲ ਉਹ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਧੱਕ ਦੇਵੇਗਾ। ਫਿਰ ਪਰਮੇਸ਼ਰ ਨੇ ਮੂਸਾ ਨਾਲ ਗੱਲ ਕੀਤੀ ਔਰ ਉਸਨੂੰ ਆਖਿਆ, ਮੈਂ ਯਹੋਵਾ ਹਾਂ। ਮੈਂ ਅਬਰਾਹਮ, ਇਸਹਾਕ ਔਰ ਯਾਕੂਬ ਨੂੰ ਸਰਬਸ਼ਕਤੀਮਾਨ ਪਰਮੇਸ਼ਰ ਦੇ ਨਾਮ ਉੱਤੇ ਦਰਸ਼ਨ ਦਿੱਤਾ, ਪਰ ਮੈਂ ਆਪਣੇ ਯਹੋਵਾ ਨਾਮ ਨਾਲ ਉਹਨਾਂ ਉੱਤੇ ਪ੍ਰਗਟ ਨਹੀਂ ਹੋਇਆ। ਮੈਂ ਉਹਨਾਂ ਨਾਲ ਆਪਣਾ ਨੇਮ ਵੀ ਕਾਇਮ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਕਨਾਨ ਦੇਸ਼ ਦੇਵਾਂ, ਅਰਥਾਤ ਉਹਨਾਂ ਦੀ ਮੁਸਾਫਰੀ ਦਾ ਦੇਸ਼, ਜਿਸ ਵਿੱਚ ਉਹ ਪਰਦੇਸੀ ਰਹੇ। ਅਤੇ ਮੈਂ ਇਸਰਾਏਲੀਆਂ ਦਾ ਹੁੰਗਣਾ ਵੀ ਸੁਣਿਆ, ਜਿਨ੍ਹਾਂ ਨੂੰ ਇਸਰਾਏਲ ਗੁਲਾਮੀ ਵਿੱਚ ਰੱਖਦੇ ਹਨ, ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ। ਇਸ ਲਈ ਇਸਰਾਏਲੀਆਂ ਨੂੰ ਆਖ, ਮੈਂ ਯਹੋਵਾ ਹਾਂ, ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਬੇਗਾਰ ਹੇਠੋਂ ਕੱਢ ਲਵਾਂਗਾ, ਔਰ ਮੈਂ ਤੁਹਾਨੂੰ ਉਹਨਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਆਂਗਾ, ਔਰ ਮੈਂ ਆਪਣੇ ਬਾਂਹ ਲੰਮੀ ਕਰਕੇ ਵੱਡੇ ਨਿਆਵਾਂ ਨਾਲ ਤੁਹਾਨੂੰ ਛੁਡਾਵਾਂਗਾ। ਮੈਂ ਤੁਹਾਨੂੰ ਆਪਣੇ ਪਰਜਾ ਹੋਣ ਲਈ ਲਵਾਂਗਾ, ਔਰ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ, ਔਰ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ, ਜਿਹੜਾ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢੀ ਲਈ ਆਉਂਦਾ ਹਾਂ। ਔਰ ਮੈਂ ਤੁਹਾਨੂੰ ਉਸ ਦੇਸ਼ ਵਿੱਚ ਲਿਆਵਾਂਗਾ, ਜਿਸ ਦੇ ਦੇਣ ਦੀ ਮੈਂ ਅਬਰਾਹਮ ਅਤੇ ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ। ਮੈਂ ਤੁਹਾਨੂੰ ਉਹ ਮਿਰਾਸ ਵਿੱਚ ਦਿਆਂਗਾ। ਮੈਂ ਯਹੋਵਾ ਹਾਂ। ਉਪਰੰਤ ਮੂਸਾ ਨੇ ਇਸਰਾਏਲੀਆਂ ਨਾਲ ਐਵੇਂ ਹੀ ਗੱਲ ਕੀਤੀ, ਪਰ ਉਹਨਾਂ ਨੇ ਆਤਮਾ ਦੇ ਦੁੱਖ ਔਰ ਗੁਲਾਮੀ ਦੀ ਕਰੜਾਈ ਦੇ ਕਾਰਨ ਮੂਸਾ ਦੀ ਨਾ ਸੁਣੀ। ਤਾਂ ਯਹੋਵਾ ਨੇ ਮੂਸਾ ਨਾਲ ਗੱਲ ਕੀਤੀ ਕਿ ਜਾ ਔਰ ਮਿਸਰ ਦੇ ਰਾਜਾ ਫਿਰੌਨ ਨਾਲ ਗੱਲ ਕਰ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ਼ ਵਿੱਚੋਂ ਜਾਣ ਦੇਵੇ। ਤਾਂ ਮੂਸਾ ਨੇ ਯਹੋਵਾ ਦੇ ਸਨਮੁਖ ਇਉਂ ਗੱਲ ਕੀਤੀ, ਵੇਖ, ਇਸਰਾਏਲੀਆਂ ਨੇ ਤਾਂ ਮੇਰੀ ਨਾ ਸੁਣੀ, ਤਾਂ ਫਿਰੌਨ ਕਿਵੇਂ ਮੇਰੀ ਸੁਣੇਗਾ, ਮੈਂ ਜਿਹੜਾ ਅਣਸੁਣਤੀ ਬੁੱਲਾਂ ਵਾਲਾ ਹਾਂ। ਫਿਰ ਯਹੋਵਾ ਨੇ ਮੂਸਾ ਅਤੇ ਹਾरून ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਇਸਰਾਏਲੀਆਂ ਲਈ ਔਰ ਮਿਸਰ ਦੇ ਰਾਜਾ ਫਿਰੌਨ ਲਈ ਹੁਕਮ ਦਿੱਤਾ ਕਿ ਉਹ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲੈ ਜਾਣ। ਉਹਨਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੋਰੀ ਇਹ ਹਨ: ਰੂਬਨ ਇਸਰਾਏਲ ਦੇ ਪਲੋਟੇ ਦੇ ਪੁੱਤਰ ਹਨੋਕ ਅਤੇ ਫੱਲੂ, ਹਸਰੋਨ ਔਰ ਕਰਮੀ ਹਨ। ਇਹ ਰੂਬਨ ਦੀਆਂ ਮੂਹੀਆਂ ਹਨ। ਸਿਮਿਓਨ ਦੇ ਪੁੱਤਰ ਯਮੂਏਲ, ਯਾਮੀਨ, ਓਦ, ਯਾਕੀਨ, ਸੋਹਰ ਔਰ ਸਾਉਲ ਕਨਾਨੀ ਤੀਵੀ ਦਾ ਪੁੱਤਰ, ਇਹ ਸਿਮਿਓਨ ਦੀਆਂ ਮੂਹੀਆਂ ਹਨ। ਲੇਵੀ ਦੇ ਪੁੱਤਰ ਦੇ ਨਾਂ ਉਹਨਾਂ ਦੇ ਕੁਲਪਤਰੀ ਅਨੁਸਾਰ ਇਹ ਹਨ: ਗੇਰਸ਼ੋਨ ਅਤੇ ਕਾਹਾਤ ਅਤੇ ਮਰਾਰੀ। ਅਤੇ ਲੇਵੀ ਦੇ ਜੀਵਨ ਦੇ ਵਰੇ 137 ਸਨ। ਗੇਰਸ਼ੋਨ ਦੇ ਪੁੱਤਰ ਲਿਬਨੀ ਔਰ ਸਮਈ ਆਪਣੀਆਂ ਮੂਹੀਆਂ ਦੇ ਅਨੁਸਾਰ ਹਨ। ਕਾਹਾਤ ਦੇ ਪੁੱਤਰ ਅਮਰਾਮ, ਇਸਹਾਰ, ਹਬਰੋਨ ਔਰ ਉਜ਼ੀਏਲ ਹਨ। ਅਤੇ ਕਾਹਾਤ ਦੇ ਜੀਵਨ ਦੇ ਵਰੇ 133 ਸਨ। ਔਰ ਮਰਾਰੀ ਦੇ ਪੁੱਤਰ ਮਹਲੀ ਔਰ ਮੂਸੀ ਹਨ। ਲੇਵੀ ਦੀਆਂ ਮੂਹੀਆਂ ਉਹਨਾਂ ਦੀ ਕੁਲਪਤਰੀ ਦੇ ਅਨੁਸਾਰ ਇਹ ਹਨ। ਅਤੇ ਅਮਰਾਮ ਨੇ ਆਪਣੀ ਫੂਵੀ ਯੋਕਬਤ ਨੂੰ ਵਿਆਹ ਲਿਆ, ਅਤੇ ਉਹ ਉਸ ਦੇ ਲਈ ਹਾरून ਔਰ ਮੂਸਾ ਨੂੰ ਜਨੀ। ਅਤੇ ਅਮਰਾਮ ਦੀ ਜੀਵਨ ਦੇ ਵਰੇ 137 ਵਰੇ ਸਨ। ਇਸਹਾਰ ਦੇ ਪੁੱਤਰ ਕੋਰਾ
ਔਰ ਨਫਗ ਔਰ ਜ਼ਿਕਰੀ ਹਨ। ਉਜ਼ੀਏਲ ਦੇ ਪੁੱਤਰ ਮਿਸਾਏਲ ਔਰ ਅਲਸਾਫਾਨ ਔਰ ਸਿਤਰੀ ਹਨ। ਹਾरून ਨੇ ਨਹਸੋਨ ਦੀ ਭੈਣ ਅਮੀਨਦਾਬ ਦੀ ਧੀ ਅਲੀਸਬਾ ਨੂੰ ਵਿਆਹ ਲਿਆ ਅਤੇ ਉਹ ਨਾਦਾਬ ਔਰ ਅਬੀਹੂ ਔਰ ਅਲਆਜ਼ਾਰ ਔਰ ਇਤਾਮਾਰ ਉਸ ਲਈ ਜਨੀ। ਕੋਰਾ ਦੇ ਪੁੱਤਰ ਅਸੀਰ ਔਰ ਅਲਕਾਨਾ ਔਰ ਅਬੀਆਸਾਫ ਹਨ। ਇਹ ਕੋਰਾ ਦੀਆਂ ਮੂਹੀਆਂ ਹਨ। ਅਤੇ ਹਾरून ਦੇ ਪੁੱਤਰ ਅਲਆਜ਼ਾਰ ਨੇ ਫੁਟੀਏਲ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਅਤੇ ਉਹ ਉਹਦੇ ਲਈ ਫਿਨਹਾਸ ਨੂੰ ਜਨੀ। ਇਹ ਲੇਵੀਆਂ ਦੇ ਪਿਓ ਦਾਦਿਆਂ ਦੇ ਮੋਹਰੀ ਆਪਣੀਆਂ ਮੂਹੀਆਂ ਦੇ ਅਨੁਸਾਰ ਹਨ। ਹਾरून ਔਰ ਮੂਸਾ ਉਹ ਹਨ ਜਿਨ੍ਹਾਂ ਨੂੰ ਯਹੋਵਾ ਨੇ ਆਖਿਆ ਸੀ ਭਈ ਇਸਰਾਏਲੀਆਂ ਨੂੰ ਉਹਨਾਂ ਦੀਆਂ ਸੈਨਾ ਅਨੁਸਾਰ ਮਿਸਰ ਦੇਸ਼ ਤੋਂ ਕੱਢ ਲਿਆਓ। ਇਹ ਉਹ ਹਨ ਜਿਨ੍ਹਾਂ ਮਿਸਰ ਦੇ ਰਾਜਾ ਫਿਰੌਨ ਨਾਲ ਗੱਲਾਂ ਕੀਤੀਆਂ ਕਿ ਉਹ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲੈਣ। ਇਹ ਉਹ ਮੂਸਾ ਔਰ ਹਾरून ਹਨ। ਤਾਂ ਯੂੰ ਹੋਇਆ ਕਿ ਜਿਸ ਦਿਨ ਯਹੋਵਾ ਨੇ ਮਿਸਰ ਦੇਸ਼ ਵਿੱਚ ਮੂਸਾ ਨਾਲ ਗੱਲ ਕੀਤੀ ਤਾਂ ਯਹੋਵਾ ਮੂਸਾ ਨੂੰ ਯੂੰ ਬੋਲਿਆ ਕਿ ਮੈਂ ਯਹੋਵਾ ਹਾਂ। ਮਿਸਰ ਦੇ ਰਾਜਾ ਫਿਰੌਨ ਨਾਲ ਉਹ ਸਾਰੀਆਂ ਗੱਲਾਂ ਕਰ ਜਿਹੜੀਆਂ ਮੈਂ ਤੈਨੂੰ ਆਖਦੀਆਂ ਹਨ। ਤਾਂ ਮੂਸਾ ਨੇ ਯਹੋਵਾ ਦੇ ਸਨਮੁਖ ਆਖਿਆ ਵੇਖ ਮੈਂ ਅਣਸੁਣਤੀ ਬੁੱਲਾਂ ਵਾਲਾ ਹਾਂ, ਫਿਰੌਨ ਮੇਰੀ ਕਿਵੇਂ ਸੁਣੇਗਾ। ਸਾਮੂਏਲ ਦੀ ਦੂਜੀ ਪੋਥੀ ਅਧਿਆਇ 19। ਯੋਆਬ ਨੂੰ ਖਬਰ ਹੋਈ ਜੋ ਵੇਖ ਪਾਦਸ਼ਾਹ ਅਬਸਲੋਮ ਦੇ ਲਈ ਰੋਂਦਾ ਪਿੱਟਦਾ ਹੈ ਅਤੇ ਉਸ ਦਿਨ ਦੀ ਫਤਹ ਸਭਨਾ ਲੋਕਾਂ ਦੇ ਲਈ ਰੋਣ ਦਾ ਕਾਰਨ ਹੋਈ ਕਿਉਂ ਜੋ ਲੋਕਾਂ ਨੇ ਉਸ ਦਿਨ ਖਬਰ ਸੁਣੀ ਪਈ ਪਾਦਸ਼ਾਹ ਆਪਣੇ ਪੁੱਤਰ ਪਿੱਛੇ ਦੁਖੀ ਹੋਇਆ ਹੈ ਅਤੇ ਲੋਕ ਉਸ ਦਿਨ ਚੋਰੀ ਚੁੱਪੇ ਸ਼ਹਿਰ ਵਿੱਚੋਂ ਆ ਵੜੇ ਜਿਵੇਂ ਲੋਕ ਲੜਾਈਓਂ ਭਾਜ ਕਾਕੇ ਸੰਗਦੇ ਮਾਰੇ ਆਉਣ। ਪਾਦਸ਼ਾਹ ਨੇ ਆਪਣਾ ਮੂੰਹ ਟੱਕਿਆ ਅਤੇ ਪਾਦਸ਼ਾਹ ਉੱਚੀ ਆਵਾਜ਼ ਨਾਲ ਪੁਕਾਰਿਆ ਹਾਏ ਮੇਰੇ ਪੁੱਤਰ ਅਬਸਲੋਮ, ਹਾਏ ਅਬਸਲੋਮ ਮੇਰੇ ਪੁੱਤਰ, ਮੇਰੇ ਪੁੱਤਰ। ਤਦ ਯੋਆਬ ਘਰ ਵਿੱਚ ਪਾਦਸ਼ਾਹ ਕੋਲ ਆਇਆ ਅਤੇ ਆਖਿਆ ਅੱਜ ਦੇ ਦਿਨ ਤੂੰ ਆਪਣੇ ਸਾਰੇ ਟਹਿਲੂਆਂ ਦੇ ਮੂੰਹ ਅੱਗੇ ਸ਼ਰਮਿੰਦਗੀ ਦਾ ਕਾਰਨ ਬਣਿਆ ਜਿਨ੍ਹਾਂ ਨੇ ਤੇਰੀ ਜਿੰਦ, ਤੇਰੇ ਪੁੱਤਰ ਧੀਆਂ, ਤੇਰੀਆਂ ਰਾਣੀਆਂ, ਤੇਰੀਆਂ ਸੁਰੀਤਾਂ ਦੀਆਂ ਜਿੰਦਾਂ ਬਚਾ ਦਿੱਤੀਆਂ। ਤੂੰ ਤਾਂ ਆਪਣੇ ਵੇਰੀਆਂ ਨਾਲ ਪ੍ਰੀਤ ਕਰਦਾ ਹੈ ਅਤੇ ਆਪਣੇ ਮਿੱਤਰਾਂ ਨਾਲ ਵੈਰ ਰੱਖਦਾ ਹੈ ਕਿਉਂ ਜੋ ਅੱਜ ਦੇ ਦਿਨ ਤੈਂ ਇਹ ਜਨਾਇਆ ਭਈ ਨਾ ਤਾਂ ਤੈਨੂੰ ਸਰਦਾਰਾਂ ਦੀ ਲੋੜ ਹੈ ਨਾ ਟਹਿਲੂਆਂ ਦੀ ਕਿਉਂ ਜੋ ਅੱਜ ਮੈਨੂੰ ਇਹ ਦਿਸਦਾ ਹੈ ਭਈ ਜੋ ਕਦੀ ਅਬਸਲੋਮ ਜਿਉਂਦਾ ਰਹਿੰਦਾ ਅਤੇ ਅਸੀਂ ਸਭੇ ਅੱਜ ਮਰ ਜਾਂਦੇ ਤਾਂ ਤੇਰੀ ਨਿਗਾਹ ਵਿੱਚ ਬਹੁਤ ਚੰਗਾ ਹੁੰਦਾ। ਸੋ ਹੁਣ ਉੱਠ ਅਤੇ ਬਾਹਰ ਨਿਕਲ ਅਤੇ ਆਪਣੇ ਟਹਿਲੂਆਂ ਨੂੰ ਧੀਰਜ ਦੇ ਕਿਉਂ ਜੋ ਮੈਂ ਯਹੋਵਾ ਦੀ ਸਹੁੰ ਖਾਂਦਾ ਹਾਂ ਭਈ ਜੇ ਬਾਹਰ ਨਾ ਨਿਕਲੇਗਾ ਤਾਂ ਰਾਤ ਥੋੜੀ ਇੱਕ ਵੀ ਤੇਰੇ ਨਾਲ ਨਾ ਰਹੇਗਾ ਅਤੇ ਇਹ ਤੇਰੇ ਲਈ ਉਹਨਾਂ ਸਭਨਾ ਬੁਰਾਈਆਂ ਨਾਲੋਂ ਜੋ ਜਵਾਨਪੁਣੇ ਦੇ ਮੁੱਢੋਂ ਲੈ ਕੇ ਅੱਜ ਤੋੜੀ ਤੇਰੇ ਉੱਤੇ ਆਈਆਂ ਵਧੇਕ ਬੁਰੀ ਹੋਵੇਗੀ। ਸੋ ਪਾਦਸ਼ਾਹ ਉੱਠਿਆ ਅਤੇ ਫਾਟਕ ਵਿੱਚ ਆਣ ਬੈਠਾ ਅਤੇ ਸਭਨਾ ਲੋਕਾਂ ਨੂੰ ਖਬਰ ਹੋਈ ਵੇਖੋ ਪਾਦਸ਼ਾਹ ਫਾਟਕ ਵਿੱਚ ਬੈਠਾ ਹੈ। ਤਾਂ ਸਭ ਲੋਕ ਪਾਦਸ਼ਾਹ ਕੋਲ ਆ ਜੁੜੇ ਕਿਉਂ ਜੋ ਸਭ ਇਸਰਾਏਲੀ ਆਪੋ ਆਪਣੇ ਤੰਬੂਆਂ ਨੂੰ ਨੱਟ ਗਏ ਸਨ। ਇਸਰਾਏਲ ਦੇ ਸਾਰੀਆਂ ਗੋਤਾਂ ਦੇ ਸਭ ਲੋਕ ਆਪੋ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਭਈ ਪਾਦਸ਼ਾਹ ਨੇ ਸਾਡੇ ਵੇਰੀਆਂ ਦੇ ਹੱਥੋਂ ਸਾਨੂੰ ਖੋਇਆ ਅਤੇ ਫਲਿਸਤੀਆਂ ਦੇ ਹੱਥੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸਲੋਮ ਦੇ ਸਾਹਮਣੇ ਦੇਸ਼ੋਂ ਭੱਜ ਗਿਆ ਹੈ ਅਤੇ ਅਬਸਲੋਮ ਜਿਹਨੂੰ ਅਸਾਂ ਆਪਣੇ ਉੱਤੇ ਮਸਾਕ ਕੀਤਾ ਸੋ ਲੜਾਈ ਵਿੱਚ
ਮਾਰਿਆ ਗਿਆ। ਸੋ ਹੁਣ ਤੁਸੀਂ ਪਾਦਸ਼ਾਹ ਦੇ ਮੋੜ ਲਿਆਉਣ ਲਈ ਕਿਉਂ ਚੁੱਪ ਹੋ? ਤਦ ਦਾਊਦ ਪਾਦਸ਼ਾਹ ਨੇ ਸਾਦੋਕ ਅਤੇ ਅਬਿਆਤਾਰ ਜਾਜਕਾਂ ਨੂੰ ਆਖ ਘੱਲਿਆ, ਜੋ ਯਹੂਦਾ ਦੇ ਬਜ਼ੁਰਗਾਂ ਨੂੰ ਆਖੋ ਕਿ ਤੁਸੀਂ ਪਾਦਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਕਿਉਂ ਸਭਨਾਂ ਨਾਲੋਂ ਚੇਕੜ ਰਹਿ ਗਏ ਹੋ? ਭਾਵੇਂ ਹੀ ਸਾਰੇ ਇਸਰਾਏਲ ਦੀਆਂ ਗੱਲਾਂ ਪਾਦਸ਼ਾਹ ਨੂੰ ਘਰ ਵਿੱਚ ਅੱਪੜ ਪਈਆਂ ਹਨ। ਤੁਸੀਂ ਮੇਰੇ ਭਰਾ ਹੋ ਅਤੇ ਤੁਸੀਂ ਮੇਰੀਆਂ ਹੱਡੀਆਂ ਅਤੇ ਮਾਸ ਹੋ, ਫਿਰ ਤੁਸੀਂ ਪਾਦਸ਼ਾਹ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ? ਅਮਾਸਾ ਨੂੰ ਆਖੋ, ਭਲਾ ਤੂੰ ਮੇਰੀ ਹੱਡੀ ਅਤੇ ਮੇਰਾ ਮਾਸ ਨਹੀਂ? ਸੋ ਜੇਕਰ ਮੈਂ ਤੈਨੂੰ ਯੋਆਬ ਦੇ ਥਾਂ ਤੇ ਆਪਣੇ ਅੱਗੇ ਸਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ਰ ਮੇਰੇ ਨਾਲ ਅਜਿਹਾ ਹੀ ਕਰੇ, ਸਗੋਂ ਇਹਦੇ ਨਾਲੋਂ ਵੀ ਵਧਿਕ। ਉਸਨੇ ਸਾਰੇ ਯਹੂਦਾ ਦੇ ਮਨੁੱਖਾਂ ਦਾ ਮਨ ਯੂੰ ਮੋੜਿਆ ਜਿਕਰ ਕਿਸੇ ਇੱਕ ਮਨੁੱਖ ਦਾ ਮਨ ਮੋੜੀਦਾ ਹੈ। ਸੋ ਉਹਨਾਂ ਨੇ ਪਾਦਸ਼ਾਹ ਨੂੰ ਸੁਨੇਹਾ ਘੱਲਿਆ, ਭਈ ਆਪਣੀ ਸਾਰੀਆਂ ਟਹਿਲੂਆਂ ਸਣੇ ਮੁੜ ਆਵੋ। ਸੋ ਪਾਦਸ਼ਾਹ ਮੁੜਿਆ ਅਤੇ ਯਰਦਨ ਤੋੜੀ ਆਇਆ ਅਤੇ ਯਹੂਦਾ ਪਾਦਸ਼ਾਹ ਦੇ ਮਿਲਣ ਨੂੰ ਅਤੇ ਉਹਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੋੜੀ ਆਇਆ। ਅਤੇ ਗੇਰਾ ਦਾ ਪੁੱਤਰ ਸਿਮਈ ਬਿਨਯਮੀਨੀ ਬਹੂਰੀਮ ਤੋਂ ਕਾਲੀ ਨਾਲ ਤੁਰਿਆ ਅਤੇ ਯਹੂਦਾ ਦੇ ਮਨੁੱਖਾਂ ਨਾਲ ਰਲ ਕੇ ਦਾਊਦ ਪਾਦਸ਼ਾਹ ਦੇ ਮਿਲਣ ਨੂੰ ਹਟਾੜ ਨੂੰ ਆਇਆ। ਉਹਦੇ ਨਾਲ 1000 ਬਿਨਯਮੀਨੀ ਜਵਾਨ ਸਨ ਅਤੇ ਸੀਬਾ ਸਾਊਲ ਦੇ ਘਰ ਦਾ ਟਹਿਲਵਾ ਆਪਣੇ 15 ਪੁੱਤਰਾਂ ਅਤੇ 20 ਟਹਿਲਵਾ ਸਣੇ ਆਇਆ ਅਤੇ ਉਹ ਪਾਦਸ਼ਾਹ ਦੇ ਸਾਹਮਣੇ ਯਰਦਨੋਂ ਪਾਰ ਲੰਘੇ। ਪਾਦਸ਼ਾਹ ਦੇ ਘਰਾਣੇ ਨੂੰ ਲੈ ਆਉਣ ਲਈ ਅਤੇ ਹੋਰ ਕੰਮ ਜੋ ਉਹਨੂੰ ਚੰਗਾ ਦਿਸੇ ਕਰਨ ਨੂੰ ਪਤਨ ਦੀ ਇੱਕ ਪੀੜ੍ਹੀ ਪਾਰ ਗਈ ਅਤੇ ਗੇਰਾ ਦਾ ਪੁੱਤਰ ਸਿਮਈ ਪਾਦਸ਼ਾਹ ਦੇ ਅੱਗੇ ਉਸ ਦੇ ਯਰਦਨੋਂ ਪਾਰ ਲੰਘਦਿਆਂ ਸਾਰ ਮੂੰਹ ਪਰਨੇ ਡਿੱਗ ਪਿਆ ਅਤੇ ਪਾਦਸ਼ਾਹ ਨੂੰ ਆਖਿਆ, ਹੇ ਮੇਰੇ ਮਹਾਰਾਜ, ਮੇਰੇ ਉੱਤੇ ਦੋਸ਼ ਨਾ ਲਾਓ ਅਤੇ ਜਿਹੜਾ ਤੁਹਾਡੇ ਸੇਵਕ ਨੇ ਜਿਸ ਦਿਨ ਮੇਰਾ ਮਹਾਰਾਜ ਪਾਦਸ਼ਾਹ ਯਰੂਸ਼ਲਮ ਤੋਂ ਨਿਕਲਿਆ ਹਨ ਨਾਲ ਆਖਿਆ ਸੀ, ਚੇਤੇ ਨਾ ਕਰੋ ਔਰ ਪਾਦਸ਼ਾਹ ਆਪਣੇ ਮਨ ਵਿੱਚ ਨਾ ਰੱਖੇ, ਕਿਉਂ ਜੋ ਤੁਹਾਡਾ ਸੇਵਕ ਜਾਣਦਾ ਹੈ ਜੋ ਮੈਂ ਪਾਪ ਕੀਤਾ ਹੈ। ਵੇਖੋ, ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਦਸ਼ਾਹ ਦੇ ਮਿਲਣ ਨੂੰ ਯੂਸੁਫ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿਕਲਿਆ ਹਾਂ। ਫਿਰ ਸਰੂਇਆ ਦੇ ਪੁੱਤਰ ਅਬਿਸਈ ਨੇ ਆਖਿਆ, ਭਲਾ ਸਿਮਈ ਨਾ ਮਾਰਿਆ ਜਾਵੇਗਾ ਜਿਸਨੇ ਯਹੋਵਾ ਦੇ ਮਸਾ ਕੀਤੇ ਨੂੰ ਸਰਾਪ ਦਿੱਤਾ? ਪਰ ਦਾਊਦ ਨੇ ਆਖਿਆ, ਹੇ ਸਰੂਇਆ ਦੇ ਪੁੱਤਰੋ, ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਓ? ਭਲਾ ਇਸਰਾਏਲ ਵਿੱਚੋਂ ਕੋਈ ਮਨੁੱਖ ਅੱਜ ਦੇ ਦਿਨ ਵੱਢਿਆ ਜਾਵੇ। ਭਲਾ ਮੈਂ ਇਹ ਨਹੀਂ ਜਾਣਦਾ ਜੋ ਅੱਜ ਦੇ ਦਿਨ ਮੈਂ ਇਸਰਾਏਲੀਆਂ ਦਾ ਪਾਦਸ਼ਾਹ ਬਣਿਆ ਹਾਂ। ਤਦ ਪਾਦਸ਼ਾਹ ਨੇ ਸਿਮਈ ਨੂੰ ਆਖਿਆ, ਤੂੰ ਨਾ ਮਾਰਿਆ ਜਾਵੇਗਾ ਅਤੇ ਪਾਦਸ਼ਾਹ ਨੇ ਉਹਦੇ ਨਾਲ ਸਹੁੰ ਖਾਧੀ। ਸਾਊਲ ਦਾ ਪੁੱਤਰ ਮਵੀਬੋਸਤ ਪਾਦਸ਼ਾਹ ਦੇ ਮਿਲਣ ਨੂੰ ਲੈ ਗਿਆ ਅਤੇ ਜਿਸ ਦਿਨ ਦਾ ਪਾਦਸ਼ਾਹ ਨਿਕਲਿਆ ਸੀ ਉਸਨੇ ਉਸ ਦਿਨ ਤੋੜੀ ਜਦ ਉਹ ਸੁੱਖ ਨਾਲ ਮੁੜ ਆਇਆ ਨਾ ਤਾਂ ਆਪਣੇ ਪੈਰ ਧੋਤੇ ਸਨ, ਨਾ ਆਪਣੀ ਦਹਾੜੀ ਸਵਾਰੀ ਸੀ ਅਤੇ ਨਾ ਹੀ ਆਪਣੇ ਲੀੜੇ ਧੁਆਏ ਸਨ। ਅਤੇ ਅਜਿਹਾ ਹੋਇਆ ਜਾਂ ਉਹ ਪਾਦਸ਼ਾਹ ਦੇ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਪਾਦਸ਼ਾਹ ਨੇ ਉਹਨੂੰ ਆਖਿਆ, ਮਵੀਬੋਸਤ, ਤੂੰ ਸਾਡੇ ਨਾਲ ਕਿਉਂ ਨਾ ਗਿਆ? ਉਸਨੇ ਉੱਤਰ ਦਿੱਤਾ, ਹੇ ਮੇਰੇ ਮਹਾਰਾਜ, ਹੇ ਪਾਦਸ਼ਾਹ, ਮੇਰੇ ਟਹਿਲੀਏ ਨੇ ਮੇਰੇ ਨਾਲ ਛਲ ਕੀਤਾ। ਤੁਹਾਡੇ ਸੇਵਕ ਨੇ ਆਖਿਆ ਸੀ, ਭਈ ਮੈਂ ਆਪਣੇ ਲਈ ਖੋਤੇ ਉੱਤੇ
ਕਾਟੀ ਪਾਵਾਂ ਜੋ ਮੈਂ ਛੱਡ ਕੇ ਪਾਦਸ਼ਾਹ ਕੋਲ ਜਾਵਾਂ। ਤੁਹਾਡੇ ਸੇਵਕ ਲੰਗੜਾ ਜੋ ਹੈ, ਪਰ ਉਸਨੇ ਮੇਰੇ ਮਹਾਰਾਜ ਪਾਦਸ਼ਾਹ ਦੇ ਅੱਗੇ ਮੇਰੇ ਉੱਤੇ ਜੋ ਤੁਹਾਡਾ ਸੇਵਕ ਹਾਂ ਚੁਗਲੀ ਕੀਤੀ। ਪਰ ਮੇਰਾ ਮਹਾਰਾਜ ਪਾਦਸ਼ਾਹ ਤਾਂ ਪਰਮੇਸ਼ਰ ਦੇ ਦੂਤ ਵਰਗਾ ਹੈ, ਸੋ ਜੋ ਤੁਹਾਨੂੰ ਚੰਗਾ ਦਿਸੇ ਸੋ ਕਰੋ। ਕਿਉਂ ਜੋ ਮੇਰੇ ਪਿਓ ਦਾ ਸਾਰਾ ਘਰਾਣਾ ਮੇਰੇ ਮਹਾਰਾਜ ਪਾਦਸ਼ਾਹ ਦੇ ਅੱਗੇ ਮੁਰਦਿਆਂ ਵਰਗਾ ਸੀ, ਪਰ ਤੁਸਾਂ ਆਪਣੀ ਸੇਵਕ ਨੂੰ ਉਹਨਾਂ ਨਾਲ ਪਿਟਾਇਆ ਜੋ ਤੁਹਾਡੇ ਲੰਗਰ ਵਿੱਚ ਰੋਟੀ ਖਾਂਦੇ ਹਨ। ਫਿਰ ਪਾਦਸ਼ਾਹ ਦੇ ਅੱਗੇ ਹੋਰ ਦੁਹਾਈ ਕਰਨ ਨੂੰ ਮੇਰਾ ਕੀ ਅਧਿਕਾਰ ਹੈ? ਜਦ ਪਾਦਸ਼ਾਹ ਨੇ ਉਹਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ? ਮੈਂ ਤਾਂ ਆਖ ਛੱਡਿਆ ਹੈ ਭਈ ਤੂੰ ਅਤੇ ਸੀਬਾ ਪਹਿਲੀ ਨੂੰ ਵੰਡ ਲਵੋ। ਤਾਂ ਮੇਵੀਬੋਸਤ ਨੇ ਪਾਦਸ਼ਾਹ ਨੂੰ ਆਖਿਆ, ਜੀ ਹਾਂ, ਸਗੋਂ ਉਹ ਸਭੋ ਲੈ ਲਵੇ। ਮੇਰਾ ਮਹਾਰਾਜ ਪਾਦਸ਼ਾਹ ਜੋ ਸੁੱਖ ਨਾਲ ਫਿਰ ਘਰ ਵਿੱਚ ਆਇਆ ਹੈ। ਬਰਸਿਲਈ ਗਿਲਿਆਦੀ ਰੋਗਲੀਮ ਤੋਂ ਲਹਿ ਕੇ ਉਹਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਾਦਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ ਅਤੇ ਇਹ ਬਰਸਿਲਈ ਵੱਡਾ ਬੁੱਢਾ 80 ਵਰ੍ਹਿਆਂ ਦਾ ਸੀ ਅਤੇ ਉਸਨੇ ਬਾਦਸ਼ਾਹ ਨੂੰ ਜਾਂ ਉਹ ਮਹਿਨੀਮ ਵਿੱਚ ਪਿਆ ਸੀ ਤਾਂ ਰਸਤ ਅਪੜਾਈ ਸੀ, ਕਿਉਂ ਜੋ ਉਹ ਬਹੁਤ ਵੱਡਾ ਮਨੁੱਖ ਸੀ। ਸੋ ਪਾਦਸ਼ਾਹ ਨੇ ਬਰਸਿਲਈ ਨੂੰ ਆਖਿਆ, ਤੂੰ ਮੇਰੇ ਨਾਲ ਪਾਰ ਚੱਲ, ਕਿਉਂ ਜੋ ਯਰੂਸ਼ਲਮ ਵਿੱਚ ਮੈਂ ਆਪਣੇ ਨਾਲ ਤੇਰੀ ਪਾਲਣਾ ਕਰਾਂਗਾ। ਬਰਸਿਲਈ ਨੇ ਪਾਦਸ਼ਾਹ ਨੂੰ ਉੱਤਰ ਦਿੱਤਾ, ਹੁਣ ਮੇਰਾ ਜੀਵਨ ਕਿੰਨਾ ਕੁ ਚਿਰ ਹੈ ਜੋ ਪਾਦਸ਼ਾਹ ਨਾਲ ਯਰੂਸ਼ਲਮ ਨੂੰ ਚੜ ਜਾਵਾਂ, ਕਿਉਂ ਜੋ ਅੱਜ ਦੇ ਦਿਨ ਮੈਂ 80 ਵਰ੍ਹਿਆਂ ਦਾ ਹੋ ਚੁੱਕਾ ਹਾਂ। ਭਲਾ ਮੈਂ ਚੰਗਾ ਮੰਦਾ ਸਿਆਣ ਸਕਦਾ ਹਾਂ। ਭਲਾ ਤੁਹਾਡਾ ਸੇਵਕ ਜੋ ਕੁਝ ਖਾਂਦਾ ਪੀਂਦਾ ਹੈ ਉਸ ਦਾ ਸਵਾਦ ਵੀ ਚੱਖ ਸਕਦਾ ਹੈ, ਅਤੇ ਭਲਾ ਮੈਂ ਗਾਉਣ ਵਾਲਿਆਂ ਦਾ ਗਾਉਣਾ ਸੁਣ ਸਕਦਾ ਹਾਂ। ਫਿਰ ਤੁਹਾਡਾ ਸੇਵਕ ਆਪਣੇ ਮਹਾਰਾਜ ਪਾਦਸ਼ਾਹ ਉੱਤੇ ਕਾਹਨੂੰ ਪਾਰ ਹੋਵੇ? ਤੁਹਾਡਾ ਸੇਵਕ ਤੋੜੀ ਯਰਦਨ ਦੇ ਪਾਰ ਪਾਦਸ਼ਾਹ ਨਾਲ ਜਾਵੇਗਾ, ਅਤੇ ਕੀ ਲੋੜ ਹੈ ਜੋ ਪਾਦਸ਼ਾਹ ਮੈਨੂੰ ਐਡਾ ਵਟਾਂਦਰਾ ਕਰਕੇ ਵਟਾ ਲਾਵੇ? ਆਪਣੇ ਸੇਵਕ ਨੂੰ ਮੁੜਨ ਦੀ ਆਗਿਆ ਦਿਓ, ਜੋ ਮੈਂ ਆਪਣੇ ਸ਼ਹਿਰ ਵਿੱਚ ਆਪਣੇ ਪਿਓ ਅਤੇ ਆਪਣੀ ਮਾਂ ਦੀ ਖਬਰ ਦੇ ਕੋਲ ਮਰ ਜਾਵਾਂ। ਪਰ ਵੇਖੋ, ਤੁਹਾਡਾ ਸੇਵਕ ਕਿਮਹਾਮ ਹੈਗਾ, ਉਹ ਮੇਰੇ ਮਹਾਰਾਜ ਪਾਦਸ਼ਾਹ ਦੇ ਨਾਲ ਪਾਰ ਜਾਵੇਗਾ ਅਤੇ ਜੋ ਕੁਝ ਤੁਹਾਨੂੰ ਚੰਗਾ ਦਿਸੇ ਸੋ ਉਹਦੇ ਨਾਲ ਕਰੋ। ਤਦ ਪਾਦਸ਼ਾਹ ਨੇ ਉੱਤਰ ਦਿੱਤਾ, ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਸੋ ਮੈਂ ਉਸ ਦੇ ਨਾਲ ਕਰਾਂਗਾ, ਅਤੇ ਜੋ ਕੁਝ ਤੂੰ ਮੈਥੋਂ ਮੰਗੇਗਾ ਸੋ ਮੈਂ ਤੇਰੇ ਲਈ ਕਰਾਂਗਾ। ਫਿਰ ਸਭ ਲੋਕ ਯਰਦਨ ਦੇ ਪਾਰ ਲੰਘ ਗਏ ਅਤੇ ਜਾ ਪਾਦਸ਼ਾਹ ਪਾਰ ਆਇਆ ਤਾਂ ਪਾਦਸ਼ਾਹ ਨੇ ਬਰਸਿਲਈ ਨੂੰ ਚੁੰਮਿਆ ਅਤੇ ਉਹਨੂੰ ਆਸੀਸ ਦਿੱਤੀ ਔਰ ਉਹ ਆਪਣੇ ਥਾਂ ਨੂੰ ਮੁੜ ਗਿਆ। ਤਦ ਪਾਦਸ਼ਾਹ ਗਿਲਗਾਲ ਨੂੰ ਤੁਰਿਆ ਅਤੇ ਕਿਮਹਾਮ ਉਸ ਦੇ ਨਾਲ ਪਾਰ ਤੁਰਿਆ, ਅਤੇ ਯਹੂਦਾ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਵੀ ਅੱਧੇ ਪਾਦਸ਼ਾਹ ਦੇ ਨਾਲ ਗਏ। ਤਾਂ ਵੇਖੋ, ਇਸਰਾਏਲ ਦੇ ਸਭ ਲੋਕ ਪਾਦਸ਼ਾਹ ਕੋਲ ਆਏ ਅਤੇ ਪਾਦਸ਼ਾਹ ਨੂੰ ਆਖਿਆ, ਸਾਡੇ ਹੀ ਭਰਾ ਯਹੂਦਾ ਦੇ ਮਨੁੱਖ ਤੁਹਾਨੂੰ ਕਾਹਨੂੰ ਚੜਾ ਲਿਆਏ? ਅਤੇ ਜਾ ਕੇ ਪਾਦਸ਼ਾਹ ਨੂੰ ਔਰ ਉਹਦੇ ਘਰਾਣੇ ਨੂੰ ਅਤੇ ਦਾਊਦ ਦੇ ਨਾਲ ਦੇ ਸਭਨਾਂ ਲੋਕਾਂ ਨੂੰ ਯਰਦਨੋਂ ਪਾਰ ਲੈ ਆਏ। ਤਦ ਸਾਰੇ ਯਹੂਦਾ ਦੇ ਮਨੁੱਖਾਂ ਨੇ ਇਸਰਾਏਲ ਦੇ ਮਨੁੱਖਾਂ ਨੂੰ ਉੱਤਰ ਦਿੱਤਾ, ਇਸ ਲਈ ਜੋ ਪਾਦਸ਼ਾਹ ਸਾਡੇ ਨੇੜੇ ਦਾ ਸਾਕ ਹੈ, ਸੋ ਇਸ ਗੱਲ ਵਿੱਚ ਤੁਸੀਂ ਕਾਹਨੂੰ ਗੁੱਸੇ ਹੁੰਦੇ ਹੋ? ਭਲਾ ਅਸਾਂ ਪਾਦਸ਼ਾਹ ਦਾ ਕੁਝ ਪਾ ਲਿਆ ਹੈ ਜਾਂ ਪਾਦਸ਼ਾਹ ਨੇ ਸਾਨੂੰ ਕੁਝ ਬਖਸ਼ ਦਿੱਤਾ ਹੈ? ਫਿਰ ਇਸਰਾਏਲ ਦੇ ਮਨੁੱਖਾਂ ਨੇ ਯਹੂਦਾ ਦੇ ਮਨੁੱਖਾਂ ਨੂੰ ਉੱਤਰ ਦੇ ਕੇ ਆਖਿਆ, ਪਾਦਸ਼ਾਹ ਵਿੱਚ
ਸਾਡੀਆਂ 10 ਪੱਤੀਆਂ ਹਨ ਅਤੇ ਤੁਹਾਡੇ ਨਾਲੋਂ ਸਾਡਾ ਅਧਿਕਾਰ ਦਾਊਦ ਉੱਤੇ ਵਧੇਕ ਹੈ। ਫਿਰ ਤੁਸੀਂ ਸਾਨੂੰ ਕਿਉਂ ਤੁੱਛ ਜਾਣਦੇ ਹੋ ਜੋ ਤੁਸਾਂ ਪਾਤਸ਼ਾਹ ਦੇ ਮੁੜ ਲਿਆਉਣ ਵਿੱਚ ਪਹਿਲੇ ਸਾਤੋਂ ਸਲਾਹ ਨਾ ਪੁੱਛੀ। ਅਤੇ ਯਹੂਦਾ ਦੇ ਮਨੁੱਖਾਂ ਦੀਆਂ ਗੱਲਾਂ ਇਸਰਾਏਲ ਦੇ ਮਨੁੱਖਾਂ ਦੀਆਂ ਗੱਲਾਂ ਨਾਲੋਂ ਤੱਤੀਆਂ ਸਨ। ਜਬਰਾਂ ਦੀ ਪੋਥੀ ਅਧਿਆਇ 24। ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ। ਉਸਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ ਅਤੇ ਉਸ ਨੂੰ ਵਗਦੀ ਪਾਣੀਆਂ ਉੱਤੇ ਕਾਇਮ ਕੀਤਾ। ਯਹੋਵਾ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾ? ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹਨ ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ ਲਾਇਆ ਅਤੇ ਚੱਲਣ ਲਈ ਸਹੁੰ ਨਹੀਂ ਖਾਧੀ। ਉਸਨੇ ਯਹੋਵਾ ਵੱਲ ਬਰਕਤ ਅਤੇ ਆਪਣੀ ਮੁਕਤੀ ਦਾਤੇ ਪਰਮੇਸ਼ਰ ਕੋਲੋਂ ਧਰਮ ਮਿਲੇਗਾ। ਇਹ ਪੀੜ੍ਹੀ ਉਹਦੇ ਤਾਲਿਬਾਂ ਦੀ ਹੈ ਜਿਹੜੀ ਤੇਰੇ ਦਰਸ਼ਨ ਪਾਲਦੀ ਹੈ। ਹੇ ਯਾਕੂਬ, ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ। ਹੇ ਆਦਿ ਦਰਵਾਜ਼ਿਓ, ਉੱਚੇ ਹੋ ਜਾਓ। ਜਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਯਹੋਵਾ ਸਾਮਰਥੀ ਔਰ ਬਲੀ, ਯਹੋਵਾ ਜੋ ਯੁੱਧ ਵਿੱਚ ਬਲੀ ਹੈ। ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ। ਹੇ ਆਦਿ ਦਰਵਾਜ਼ਿਓ, ਉੱਚੇ ਹੋ ਜਾਓ, ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਸੈਨਾ ਦਾ ਯਹੋਵਾ, ਉਹ ਜਲਾਲ ਦਾ ਪਾਤਸ਼ਾਹ ਹੈ। ਲੂਕਾ ਦੀ ਇੰਜੀਲ ਅਧਿਆਇ 1। ਜਿਸ ਹਾਲ ਵਿੱਚ ਬਹੁਤਿਆਂ ਨੇ ਉਹਨਾਂ ਗੱਲਾਂ ਦਾ ਬਿਰਤਾਂਤ ਲਿਖਣ ਨੂੰ ਲੱਕ ਬੰਨ੍ਹਿਆ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ, ਜਿਵੇਂ ਉਹਨਾਂ ਨੇ ਸਾਨੂੰ ਸੌਂਪਿਆ, ਜਿਹੜੇ ਮੁੱਢੋਂ ਆਪਣੇ ਅੱਖੀਂ ਵੇਖਣ ਵਾਲੇ ਅਤੇ ਵਚਨ ਦੇ ਸੇਵਕ ਸਾਂ। ਹੇ ਸਰਬ ਉਪਮਾ ਜੋਗ ਥਿਓਫਿਲੁਸ, ਮੈਂ ਵੀ ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਯਤਨ ਨਾਲ ਪਾਲ ਕਰਕੇ ਉਚਿਤ ਜਾਣਿਆ, ਭਈ ਤੇਰੇ ਲਈ ਜਿਵੇਂ ਹੋਇਆ ਹੈ ਤਿਵੇਂ ਲਿਖਾਂ, ਤਾਂ ਜੋ ਤੂੰ ਉਹਨਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੈਂ ਸਿੱਖਿਆ ਪਾਈ। ਯਹੂਦੀਆ ਦੇ ਰਾਜਾ ਹੈਰੋਦਸ ਦੇ ਦਿਨੀ ਅਬੀਯਾ ਦੇ ਵਾਰੀ ਵਾਲਿਆਂ ਵਿੱਚੋਂ ਜ਼ਕਰੀਆ ਕਰਕੇ ਇੱਕ ਜਾਜਕ ਸੀ ਅਤੇ ਉਹਦੀ ਪਤਨੀ ਹਾਰੂਨ ਦੀਆਂ ਧੀਆਂ ਵਿੱਚੋਂ ਸੀ ਔਰ ਉਹਦਾ ਨਾਮ ਸੀ ਐਲਿਸਬਤ। ਉਹ ਦੋਵੇਂ ਪਰਮੇਸ਼ਰ ਦੇ ਅੱਗੇ ਧਰਮੀ ਸਨ ਔਰ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਵਿਧਾਂ ਤੇ ਨਿਰਦੋਸ਼ ਚੱਲਦੇ ਸਨ। ਉਹਨਾਂ ਦੇ ਔਲਾਦ ਨਾ ਸੀ ਕਿਉਂਕਿ ਐਲਿਸਬਤ ਬਾਂਝ ਸੀ ਔਰ ਦੋਵੇਂ ਵੱਡੀ ਉਮਰ ਦੇ ਸਨ। ਅਤੇ ਯੂੰ ਹੋਇਆ ਕਿ ਜਾਂ ਉਹ ਪਰਮੇਸ਼ਰ ਦੀ ਦਰਗਾਹੇ ਆਪਣੇ ਵਾਰੀ ਸਿਰ ਜਾਜਕ ਦਾ ਕੰਮ ਕਰਦਾ ਸੀ, ਤਾਂ ਜਾਜਕਾਈ ਦੇ ਦਸਤੂਰ ਦੇ ਅਨੁਸਾਰ ਗੁਣਾ ਉਹਦੇ ਨਾਮ ਦਾ ਨਿਕਲਿਆ, ਭਈ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੁੱਪ ਤੁਕਾਵੇ। ਅਤੇ ਧੁੱਪ ਤੁਕਾਉਣ ਵੇਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ। ਤਦ ਉਹਨੂੰ ਪ੍ਰਭੂ ਦਾ ਇੱਕ ਦੂਤ ਧੁੱਪ ਦੀ ਵੇਦੀ ਦੇ ਸੱਜੇ ਪਾਸੇ ਖਲੋਤਾ ਦਿਸਿਆ ਅਤੇ ਜ਼ਕਰੀਆ ਵੇਖ ਕੇ ਘਬਰਾਇਆ ਔਰ ਉਹਨੂੰ ਡਰ ਲੱਗਾ। ਪਰ ਦੂਤ ਨੇ ਉਹਨੂੰ ਆਖਿਆ, ਹੇ ਜ਼ਕਰੀਆ, ਨਾ ਡਰ, ਕਿਉਂਜੋ तेरी बेनती सुनी गई और तेरी पत्नी एलिजाबेथ तेरे लिए एक पुत्र जनेगी अते तू ओदा नाम यूहन्ना रखना और तेनू खुशी ਅਤੇ ਆਨੰਦ ਹੋਵੇਗਾ ਔਰ ਬਥੇਰੇ ਉਹਦੇ ਜੰਮਣ ਤੋਂ ਖੁਸ਼ ਹੋਣਗੇ, ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈਂ ਨਾ ਮਦ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ। ਅਤੇ ਇਸਰਾਏਲ ਦੀ ਔਲਾਦ ਵਿੱਚੋਂ ਬਹੁਤਿਆਂ ਨੇ ਉਹਨਾਂ ਦੇ ਪਰਮੇਸ਼ਰ ਪ੍ਰਭੂ ਦੀ ਵੱਲ ਮੋੜੇਗਾ। ਉਹ ਉਸ ਦੇ ਅੱਗੇ ਅੱਗੇ ਏਲੀਆ ਦੇ ਆਤਮਾ
ਆਤਮਾ ਔਰ ਬਲ ਨਾਲ ਚੱਲੇਗਾ, ਜੋ ਪੈਵਾਂ ਦੇ ਦਿਲ ਨੂੰ ਬਾਲਕਾਂ ਦੀ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧੀ ਵੱਲ ਮੋੜੇ। ਭਾਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ। ਤਾਂ ਜ਼ਕਰੀਆ ਨੇ ਦੂਤ ਨੂੰ ਆਖਿਆ, ਮੈਂ ਇਹ ਕਿੱਕਰ ਮੰਨਾਂ, ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ। ਦੂਤ ਨੇ ਉਹਨੂੰ ਉੱਤਰ ਦਿੱਤਾ, ਮੈਂ ਇਸਰਾਏਲ ਹਾਂ, ਜੋ ਪਰਮੇਸ਼ਰ ਦੇ ਸਨਮੁਖ ਹਾਜ਼ਰ ਰਹਿੰਦਾ ਅਤੇ ਇਸ ਲਈ ਕੱਲਿਆ ਹੋਇਆ ਹਾਂ। ਭਾਈ ਤੇਰੇ ਨਾਲ ਗੱਲਾਂ ਕਰਾਂ ਅਤੇ ਇਹ ਖੁਸ਼ੀ ਦੀ ਖਬਰ ਸੁਣਾਵਾਂ। ਵੇਖ, ਜਿਸ ਦਿਨ ਤਿੱਕਰ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਗਾ ਅਤੇ ਬੋਲ ਨਾ ਸਕੇਗਾ। ਇਸ ਲਈ ਜੋ ਤੈਂ ਮੇਰੀਆਂ ਗੱਲਾਂ ਨੂੰ ਸੱਤ ਨਾ ਮੰਨਿਆ, ਜਿਹੜੀਆਂ ਆਪਣੇ ਵੇਲੇ ਸਿਰ ਪੂਰੀਆਂ ਹੋਣਗੀਆਂ। ਅਤੇ ਲੋਕ ਜ਼ਕਰੀਆ ਦਾ ਰਾਹ ਵੇਖਦੇ ਸਨ ਔਰ ਹੇਕਲ ਵਿੱਚ ਉਹਦੇ ਚਿਰ ਲਾਉਣ ਕਰਕੇ ਹੈਰਾਨ ਹੁੰਦੇ ਸਨ। ਫਿਰ ਜਾਂ ਉਹ ਬਾਹਰ ਆਇਆ ਤਾਂ ਉਹਨਾਂ ਨਾਲ ਬੋਲ ਨਾ ਸਕਿਆ ਅਤੇ ਉਹਨਾਂ ਮਾਲੂਮ ਕੀਤਾ ਜੋ ਉਹਨੇ ਹੇਕਲ ਵਿੱਚ ਕੋਈ ਪਰਤਕ ਰੋਇਆ ਵੇਖਿਆ ਹੈ ਔਰ ਉਹ ਉਹਨਾਂ ਨੂੰ ਸੈਨਤਾ ਮਾਰਦਾ ਸੀ ਅਤੇ ਗੁੰਗਾ ਰਹਿ ਗਿਆ। ਤਾਂ ਯੂੰ ਹੋਇਆ ਕਿ ਜਦ ਉਹਦੀ ਸੇਵਾ ਦੇ ਦਿਨ ਪੂਰੇ ਹੋਏ ਤਦ ਉਹ ਆਪਣੇ ਘਰ ਚਲਿਆ ਗਿਆ। ਫਿਰ ਉਹਨਾਂ ਦਿਨਾਂ ਦੇ ਪਿੱਛੋਂ ਉਹਦੀ ਪਤਨੀ ਐਲਿਜ਼ਬeth ਗਰਭਵਤੀ ਹੋਈ ਅਤੇ ਉਹਨੇ 5 ਮਹੀਨਿਆਂ ਤੀਕਰ ਆਪਣੇ ਤਾਈ ਇਹ ਕਹਿ ਕੇ ਲੁਕਾਇਆ ਕਿ ਪ੍ਰਭੂ ਨੇ ਜਿੰਨੀ ਦਿਨੀ ਮੇਰੇ ਉੱਤੇ ਨਿਗਾਹ ਕੀਤੀ, ਮੇਰੇ ਨਾਲ ਯੂੰ ਕੀਤਾ ਹੈ ਭਈ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਹਟਾ ਦੇਵੇ। 6ਵੇਂ ਮਹੀਨੇ ਜਿਬਰਾਇਲ ਦੂਤ ਪਰਮੇਸ਼ਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ, ਜਿਹਦੀ ਕੁੜਮਾਈ ਯੂਸੁਫ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਇਆ ਸੀ ਔਰ ਉਸ ਕੁਆਰੀ ਦਾ ਨਾਮ ਸੀ ਮਰੀਅਮ। ਅਤੇ ਉਸਨੇ ਉਹਦੇ ਕੋਲ ਅੰਦਰ ਆਣ ਕੇ ਕਿਹਾ, ਵਧਾਈ ਹੋ ਜਿਹਦੇ ਉੱਤੇ ਕਿਰਪਾ ਹੋਈ, ਪ੍ਰਭੂ ਤੇਰੇ ਨਾਲ ਹੈ। ਪਰ ਉਹ ਇਸ ਵਚਨ ਤੋਂ ਬਹੁਤ ਘਬਰਾਈ ਔਰ ਸੋਚਣ ਲੱਗੀ, ਜੋ ਇਹ ਕਿਹੋ ਜਿਹੀ ਵਧਾਈ ਹੈ। ਦੂਤ ਨੇ ਉਹਨੂੰ ਆਖਿਆ, हे ਮਰੀਅਮ, ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵਤੀ ਹੋਵੇਗੀ ਔਰ ਪੁੱਤਰ ਜਨੇਗੀ ਅਤੇ ਉਹਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ ਅਤੇ ਅਤ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਹਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। ਉਹ ਜੁਗੋਂ ਜੁਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਹਦੇ ਰਾਜ ਸਦਾ ਅੰਤ ਨਾ ਹੋਵੇਗਾ। ਤਦ ਮਰੀਅਮ ਨੇ ਦੂਤ ਨੂੰ ਆਖਿਆ, ਇਹ ਕਿੱਕਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਔਰ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਰ ਦਾ ਪੁੱਤਰ ਕਹਾਵੇਗਾ। ਔਰ ਵੇਖ, ਤੇਰੀ ਸਾਖ ਐਲਿਜ਼ਬeth ਉਹਨੂੰ ਵੀ ਬੁੱਢੇਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਹਦਾ ਇਹ 6ਵਾਂ ਮਹੀਨਾ ਹੈ, ਕਿਉਂਕਿ ਕੋਈ ਵਚਨ ਪਰਮੇਸ਼ਰ ਦੀ ਵੱਲੋਂ ਸ਼ਕਤਹੀਨ ਨਾ ਹੋਵੇਗਾ। ਤਾਂ ਮਰੀਅਮ ਨੇ ਕਿਹਾ, ਵੇਖ, ਮੈਂ ਪ੍ਰਭੂ ਦੀ ਬਾਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਤਦ ਦੂਤ ਉਹਦੇ ਕੋਲੋਂ ਚਲਿਆ ਗਿਆ। 19 ਦਿਨੀ ਮਰੀਅਮ ਉੱਠ ਕੇ ਛੇਤੀ ਨਾਲ ਪਹਾੜੀ ਦੇਸ਼ ਵਿੱਚ ਯਹੂਦਾ ਦੇ ਇੱਕ ਨਗਰ ਨੂੰ ਗਈ ਔਰ ਜ਼ਕਰੀਆ ਦੇ ਘਰ ਵਿੱਚ ਜਾ ਕੇ ਐਲਿਜ਼ਬeth ਨੂੰ ਪ੍ਰਣਾਮ ਕੀਤਾ। ਤਾਂ ਯੂੰ ਹੋਇਆ ਕਿ ਜਦ ਐਲਿਜ਼ਬeth ਨੇ ਮਰੀਅਮ ਦਾ ਪ੍ਰਣਾਮ ਸੁਣਿਆ ਤਾਂ ਬੱਚਾ ਉਹਦੇ ਕੁੱਖ ਵਿੱਚ ਉਛਲ ਪਿਆ ਅਤੇ ਐਲਿਜ਼ਬeth ਪਵਿੱਤਰ ਆਤਮਾ ਨਾਲ ਭਰ ਗਈ ਅਤੇ ਉਹ ਜ਼ੋਰ ਨਾਲ ਉੱਚੀ ਦੇ ਕੇ ਬੋਲੀ, ਮੁਬਾਰਕ ਹੈ ਤੂੰ ਤੀਵੀਆਂ ਵਿੱਚੋਂ, ਨਾਲੇ ਮੁਬਾਰਕ ਤੇਰੀ ਕੁੱਖ ਦਾ ਫਲ। ਮੇਰੇ ਲਈ ਇਹ ਕਿਤੋਂ ਹੋਇਆ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ।
ਵੇਖ ਤੇਰੇ ਪ੍ਰਣਾਮ ਦੀ ਆਵਾਜ਼ ਮੇਰੇ ਕੰਨ ਪੈਂਦੇ ਹੀ ਬੱਚਾ ਮੇਰੀ ਕੁੱਖ ਵਿੱਚ ਖੁਸ਼ੀ ਦੇ ਮਾਰੇ ਉਛਲ ਪਿਆ। ਆਰ ਧੰਨ ਹੈ ਉਹ ਜਿਨ ਪ੍ਰਤੀਤ ਕੀਤੀ, ਕਿਉਂਕਿ ਜਿਹੜੀਆਂ ਗੱਲਾਂ ਪ੍ਰਭੂ ਦੀ ਵੱਲੋਂ ਉਹਨੂੰ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ। ਤਾਂ ਮਰੀਅਮ ਨੇ ਆਖਿਆ, ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ ਅਤੇ ਮੇਰਾ ਆਤਮਾ ਮੇਰੇ ਮੁਕਤੀਦਾਤੇ ਪਰਮੇਸ਼ਰ ਤੋਂ ਨਿਹਾਲ ਹੋਇਆ, ਕਿਉਂ ਜੋ ਉਹਨੇ ਆਪਣੀ ਬਾਂਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ। ਵੇਖੋ ਤਾਂ ਇਦੋਂ ਅੱਗੇ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ, ਕਿਉਂ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਪਵਿੱਤਰ ਹੈ ਉਹਦਾ ਨਾਮ। ਜਿਹੜੇ ਉਸ ਤੋਂ ਭੋਗ ਰੱਖਦੇ ਹਨ ਉਹਨਾਂ ਉੱਤੇ ਉਹਦੀ ਦਇਆ ਪੀੜ੍ਹੀਓਂ ਪੀੜ੍ਹੀ ਹੈ। ਉਹਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ। ਉਹਨੇ ਉਹਨਾਂ ਨੂੰ ਕਿੰਡਾ ਦਿੱਤਾ। ਉਹਨੇ ਬਲਵੰਤਾਂ ਨੂੰ ਤਖਤ ਤੋਂ ਡੇਗ ਦਿੱਤਾ ਅਤੇ ਅਧੀਨਾਂ ਨੂੰ ਉੱਚੀਆਂ ਕੀਤਾ। ਉਹਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਅਤੇ ਧਨੀਆਂ ਨੂੰ ਸਕਨੇ ਹੱਥ ਤਾ ਦਿੱਤਾ। ਉਹਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ ਭਈ ਉਹ ਆਪਣੇ ਰਹਿਮ ਨੂੰ ਯਾਦ ਕਰੇ, ਜਿਵੇਂ ਉਹ ਸਾਡੇ ਪਿਓ ਦਾਦਿਆਂ ਨਾਲ ਵਚਨ ਕੀਤਾ, ਅਬਰਾਹਮ ਤੇ ਉਹਦੀ ਅੰਸ ਨਾਲ ਜੁਗੋਂ ਜੁਗ ਤਾਈਂ। ਤਾਂ ਮਰੀਅਮ 3 ਕੁ ਮਹੀਨੇ ਉਹਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ। ਹੁਣ ਐਲਿਜ਼ਬeth ਦੇ ਜਨਨ ਦਾ ਵੇਲਾ ਆ ਪਹੁੰਚਾ ਅਤੇ ਉਹ ਪੁੱਤਰ ਜਨੀ। ਔਰ ਉਹਦੇ ਗੁਆਂਢੀਆਂ ਅਤੇ ਸਾਖਾਂ ਨੇ ਸੁਣ ਕੇ ਜੋ ਪ੍ਰਭੂ ਨੇ ਉਸ ਉੱਤੇ ਵੱਡੀ ਦਇਆ ਕੀਤੀ ਉਹਦੇ ਨਾਲ ਖੁਸ਼ੀ ਮਨਾਈ। ਤਾਂ ਯੂ ਹੋਇਆ ਜੋ ਉਹ 8ਵੇਂ ਦਿਨ ਬਾਲਕ ਦੀਆਂ ਸੁੰਨਤਾਂ ਲਈ ਆਏ ਔਰ ਉਹਦਾ ਨਾਮ ਜ਼ਕਰੀਆ ਰੱਖਣ ਲੱਗੇ, ਜਿਹੜਾ ਉਹਦੇ ਪਿਤਾ ਦਾ ਨਾਮ ਸੀ। ਪਰ ਉਹਦੀ ਮਾਤਾ ਨੇ ਅੱਗੇ ਆਖਿਆ, ਨਹੀਂ, ਪਰ ਉਹ ਯੂਹੰਨਾ ਸਦਾਵੇਗਾ। ਉਹਨਾਂ ਉਸ ਨੂੰ ਕਿਹਾ ਕਿ ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਮ ਕਰਕੇ ਸਦੀਦਾ ਹੈ। ਤਦ ਉਹਨਾਂ ਨੇ ਉਹਦੇ ਪਿਤਾ ਵੱਲ ਸੈਨਤ ਕੀਤੀ ਜੋ ਉਹਦਾ ਕੀ ਨਾਮ ਰੱਖਿਆ ਚਾਹੁੰਦਾ ਹੈ, ਅਤੇ ਉਹਨ ਪੱਟੀ ਮੰਗਾ ਕੇ ਕਿਹਾ ਭਈ ਉਹਦਾ ਨਾਮ ਯੂਹੰਨਾ ਹੈ। ਤਾਂ ਸਭੋ ਹੈਰਾਨ ਰਹਿ ਗਏ। ਉਸੇ ਵੇਲੇ ਉਹਦਾ ਮੂੰਹ ਔਰ ਉਹਦੀ ਜੀਭ ਖੁੱਲ ਗਈ ਅਤੇ ਉਹ ਬੋਲਿਆ ਔਰ ਪਰਮੇਸ਼ਰ ਨੂੰ ਮੁਬਾਰਕ ਕਹਿਣ ਲੱਗਾ। ਤਦ ਆਲੇ ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦੀਆ ਦੇ ਸਾਰੇ ਪਹਾੜੀ ਦੇਸ਼ ਵਿੱਚ ਇਨ੍ਹਾਂ ਸਭਨਾਂ ਗੱਲਾਂ ਦੀ ਚਰਚਾ ਖਿੰਡ ਗਈ। ਔਰ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਨੂੰ ਰੱਖਿਆ ਅਤੇ ਕਿਹਾ, ਭਲਾ ਇਹ ਕਿਹੋ ਜਿਹਾ ਬਾਲਕ ਹੋ, ਕਿਉਂ ਜੋ ਪ੍ਰਭੂ ਦਾ ਹੱਥ ਉਹਦੇ ਨਾਲ ਸੀ। ਤਾਂ ਉਹਦਾ ਪਿਤਾ ਜ਼ਕਰੀਆ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਅਗਮ-ਵਕ ਕਰਕੇ ਕਹਿਣ ਲੱਗਾ, ਮੁਬਾਰਕ ਹੈ ਪ੍ਰਭੂ ਇਸਰਾਏਲ ਦਾ ਪਰਮੇਸ਼ਰ, ਕਿਉਂ ਜੋ ਉਸਨੇ ਆਪਣੀ ਪ੍ਰਜਾ ਉੱਤੇ ਨਿਗਾਹ ਕੀਤੀ ਅਤੇ ਉਹਨਾਂ ਨੂੰ ਨਿਸਤਾਰਾ ਦਿੱਤਾ ਹੈ ਅਤੇ ਸਾਡੇ ਲਈ ਆਪਣੇ ਬੰਦੇ ਦਾਊਦ ਦੇ ਘਰਾਣੇ ਵਿੱਚ ਮੁਕਤੀਦਾਤਾ ਸਿੰਘ ਖੜਾ ਕੀਤਾ, ਜਿਵੇਂ ਉਸਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਮੁੱਢੋਂ ਆਖਿਆ, ਭਾਈ ਉਹ ਸਾਨੂੰ ਸਾਡੇ ਵੇਰੀਆਂ ਤੋਂ ਅਤੇ ਉਹਨਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਕਿੜ ਰੱਖਦੇ ਹਨ ਛੁਟਕਾਰਾ ਦੇਵੇ, ਨਾਲੇ ਉਹ ਸਾਡੇ ਪਿਓ ਦਾਦੀਆਂ ਉੱਤੇ ਦਇਆ ਕਰੇ ਅਤੇ ਆਪਣੇ ਪਵਿੱਤਰ ਨੇਮ ਨੂੰ ਚੇਤੇ ਰੱਖੇ, ਅਰਥਾਤ ਉਸ ਸਹੁੰ ਨੂੰ ਜਿਹੜੀ ਉਸਨੇ ਸਾਡੀ ਪਿਤਾ ਅਬਰਾਹਮ ਨਾਲ ਖਾਧੀ, ਭਈ ਉਹ ਸਾਨੂੰ ਇਹ ਬਖਸ਼ੇ ਜੋ ਅਸੀਂ ਆਪਣੇ ਵੇਰੀਆਂ ਦੇ ਹੱਥੋਂ ਛੁੱਟ ਕੇ ਉਮਰ ਪਰ ਉਹਦੇ ਅੱਗੇ ਪਵਿੱਤਰਤਾਈ ਦੇ ਧਰਮ ਨਾਲ ਬੇਧੜਕ ਉਹਦੀ ਉਪਾਸਨਾ ਕਰੀਏ। ਅਤੇ ਤੂੰ ਹੈ ਬਾਲਕ ਅਤ ਮਹਾਨ ਦਾ ਨਬੀ ਅਕਵਾਏਂਗਾ, ਕਿਉਂ ਜੋ ਤੂੰ ਪ੍ਰਭੂ ਦੇ ਰਸਤਿਆਂ ਨੂੰ ਤਿਆਰ ਕਰਨ ਲਈ ਉਹਦੇ ਅੱਗੇ ਅੱਗੇ ਚੱਲੇਗਾ, ਭਾਈ ਉਹਦੀ ਪ੍ਰਜਾ ਨੂੰ ਮੁਕਤੀ ਦਾ ਗਿਆਨ ਦੇਵੇ, ਜਿਹੜੀ ਉਹਨਾਂ ਨੂੰ ਪਾਪਾਂ ਦੀ ਮਾਫੀ ਤੋਂ ਸਾਡੇ ਪਰਮੇਸ਼ਰ ਦੇ ਵੱਡੇ ਰਹਿਮ ਦੇ ਕਾਰਨ ਮਿਲੇਗੀ,
ਜਦ ਸਵੇਰ ਦਾ ਚਾਨਣ ਉੱਪਰੋਂ ਸਾਡੇ ਉੱਤੇ ਚਮਕੇਗਾ। ਭਾਈ ਉਹਨਾਂ ਨੂੰ ਜੋ ਹਨੇਰੇ ਤੋਂ ਮੌਤ ਦੇ ਸਾਏ ਵਿੱਚ ਬੈਠੇ ਹੋਏ ਹਨ ਚਾਨਣ ਦੇਵੇ ਅਤੇ ਸਾਡੇ ਪੈਰਾਂ ਦੀ ਸ਼ਾਂਤੀ ਦੇ ਰਾਹ ਪਾਵੇ। ਅਤੇ ਉਹ ਬਾਲਕ ਵੱਧਦਾ ਔਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪ੍ਰਗਟ ਹੋਣ ਦੇ ਦਿਨ ਤਿਕਰ ਉਜਾੜ ਵਿੱਚ ਰਿਹਾ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ ਅਧਿਆਇ 6 ਇਸ ਵਿੱਚ ਆਪਾਂ ਵੇਖਦੇ ਹਾਂ ਯਹੋਵਾ ਪਰਮੇਸ਼ਰ ਮੂਸਾ ਨਾਲ ਗੱਲ ਕਰਦਾ। ਮੂਸਾ ਨੂੰ ਇਹ ਆਖਦਾ, ਮੈਂ ਯਹੋਵਾ ਪਰਮੇਸ਼ਰ ਹਾਂ, ਮੈਂ ਅਬਰਾਹਮ ਇਸਹਾਕ ਯਾਕੂਬ ਦਾ ਪਰਮੇਸ਼ਰ ਹਾਂ, ਜਿਨ੍ਹਾਂ ਨੂੰ ਮੈਂ ਵਾਅਦਾ ਕੀਤਾ ਸੀ ਜਿਸ ਦੇਸ਼ ਵਿੱਚ ਉਹ ਪਰਦੇਸੀ ਬਣ ਕੇ ਰਹੇ ਉਸ ਦੇਸ਼ ਨੂੰ ਉਹਨਾਂ ਦੇ ਵੰਸ਼ ਦੇ ਲਈ ਦੇਣ ਦੀ ਵਾਅਦਾ ਮੈਂ ਜੋ ਕੀਤਾ ਉਸ ਨੂੰ ਜ਼ਰੂਰ ਪੂਰਾ ਕਰਾਂਗਾ। ਨਾਲੇ ਮੈਂ ਇਸਰਾਏਲੀਆਂ ਦੀ ਦੁੱਖ ਨੂੰ ਵੇਖਿਆ ਅਤੇ ਉਹਨਾਂ ਦੀ ਦੁਹਾਈ ਨੂੰ ਸੁਣਿਆ, ਤਾਂ ਕਰਕੇ ਮੈਂ ਜ਼ਰੂਰ ਉਹਨਾਂ ਕਾਨਾਨੀਆਂ, ਹਿੱਵੀਆਂ, ਮੋਆਬੀਆਂ ਦੀ ਦੇਸ਼ ਨੂੰ ਮੇਰੇ ਲੋਕਾਂ ਨੂੰ ਦੇਣਾ ਜ਼ਰੂਰੀ ਹੈ। ਇਹਨਾਂ ਵਚਨਾਂ ਨੂੰ ਲੈ ਕੇ ਮੂਸਾ ਇਸਰਾਏਲੀਆਂ ਕੋਲ ਜਾਂਦਾ, ਪਰ ਉਹ ਉਹਨਾਂ ਦੇ ਦੁੱਖ ਦੇ ਕਾਰਨ, ਮਿਸਰੀਆਂ ਦੀ ਕਰੜਾਈ ਦੇ ਕਾਰਨ ਉਹ ਮੂਸਾ ਦੇ ਗੱਲ ਨੂੰ ਨਹੀਂ ਮੰਨਦੇ। ਫਿਰ ਯਹੋਵਾ ਪਰਮੇਸ਼ਰ ਆਖਦਾ, ਤੂੰ ਅਤੇ ਹਾਰੂਨ ਜਾ ਕੇ ਫਿਰੌਨ ਕੋਲ ਗੱਲ ਕਰ। ਤਾਂ ਮੂਸਾ ਆਖਦਾ, ਜਦ ਕਿ ਇਸਰਾਏਲੀ ਮੇਰੇ ਪ੍ਰਜਾ, ਮੇਰੇ ਲੋਕ ਮੇਰੀ ਗੱਲ ਨਹੀਂ ਸੁਣਦੇ, ਫਿਰ ਕਿਵੇਂ ਫਿਰੌਨ ਮੇਰੇ ਗੱਲ ਨੂੰ ਸੁਣੇਗਾ। ਇਸ ਗੱਲ ਨੂੰ ਪਰਮੇਸ਼ਰ ਸੁਣ ਕੇ ਦੁਬਾਰਾ ਮੂਸਾ ਨਾਲ ਤਾਕੀਦ ਨਾਲ ਗੱਲ ਕਰਦਾ ਹੈ ਕਿ ਤੂੰ ਜਾ ਅਤੇ ਫਿਰੌਨ ਨੂੰ ਮੇਰੀਆਂ ਸਾਰੀਆਂ ਗੱਲਾਂ ਸੁਣਾ ਅਤੇ ਮੇਰੇ ਲੋਕਾਂ ਨੂੰ ਛੱਡਣ ਦੀ ਗੱਲਾਂ ਕਰ। ਅਤੇ ਹੁਣ ਤੂੰ ਵੇਖੇਗਾ ਮੈਂ ਕਿੱਦਾਂ ਮੇਰੇ ਜ਼ੋਰ ਨੂੰ, ਮੇਰੀ ਹੱਥਾਂ ਦੀ ਸਾਮਰਥ ਨੂੰ ਫਿਰੌਨ ਨੂੰ ਦਿਖਾਉਂਦਾ ਹਾਂ। ਇਹਨਾਂ ਗੱਲਾਂ ਨੂੰ ਸੁਣ ਕੇ ਮੂਸਾ ਆਖਰੀ ਦੇ ਵਿੱਚ ਕਹਿੰਦਾ, ਮੇਰੀ ਬੋਲ ਸਹੀ ਨਹੀਂ ਹੈ, ਮੇਰੀਆਂ ਗੱਲਾਂ ਨੂੰ ਫਿਰੌਨ ਸਮਝਣਾ ਨਹੀਂ, ਫਿਰ ਕਿਵੇਂ ਉਹ ਮੇਰੀ ਗੱਲ ਉੱਤੇ ਧਿਆਨ ਕਰੇਗਾ, ਮੇਰੇ ਗੱਲ ਨੂੰ ਸੁਣੇਗਾ। ਇਹਨਾਂ ਗੱਲਾਂ ਨੂੰ ਕਹਿ ਕੇ ਪ੍ਰਭੂ ਕੋਲ ਵਿਵਾਦ ਕਰਦਾ ਹੋਇਆ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਦੂਸਰੇ ਸਾਮੂਏਲ ਦੀ ਕਿਤਾਬ ਅਧਿਆਇ 19 ਦੇ ਵਿੱਚ ਆਪਾਂ ਵੇਖਦੇ ਹਾਂ, ਜਦ ਦਾਊਦ ਅਬਸਲੋਮ ਦੇ ਕਾਰਨ ਰੋਂਦਾ ਤਾਂ ਉਹਦਾ ਸੈਨਾਪਤੀ ਯੋਆਬ ਦਾਊਦ ਕੋਲ ਜਾ ਕੇ ਗੱਲਾਂ ਕਰਦਾ ਅਤੇ ਆਖਦਾ, ਅੱਜ ਦੇ ਦਿਨ ਜੋ ਤੂੰ ਕਰਦਾ ਹੈ ਉਹ ਸਹੀ ਨਹੀਂ ਹੈ, ਕਿਉਂਕਿ ਤੂੰ ਆਪਣੀ ਵੇਰੀਆਂ ਨੂੰ ਪਿਆਰ ਕਰਦਾ ਅਤੇ ਜਿਹੜੇ ਤੇਰੇ ਔਖੇ ਵੇਲੇ ਤੇਰੇ ਨਾਲ ਖੜੇ ਸੀ ਉਹਨਾਂ ਨੂੰ ਦੁਖੀ ਕਰਦਾ। ਕਿਉਂਕਿ ਉਸ ਜਿੱਤ ਦੇ ਸਮਾਂ ਦੇ ਵਿੱਚ ਲੋਕ ਉਸ ਜਿੱਤ ਨੂੰ ਮਨਾਉਣ ਯੋਗ ਨਹੀਂ ਰਹੇ, ਸਗੋਂ ਉਹ ਚੋਰੀਓਂ ਜਿਵੇਂ ਲੜਾਈ ਦੇ ਵਿੱਚ ਹਰਿਆ ਹੋਵੇ ਉਸੇ ਪ੍ਰਕਾਰ ਉਹ ਆਪਣੇ ਆਪਣੇ ਘਰ ਵਾਪਸ ਮੋੜਦੇ ਹੋਏ ਇਸ ਅਧਿਆਇ ਦੇ ਵਿੱਚ ਵੇਖਦੇ ਆ। ਉਹ ਇਸ ਕਾਰਨ ਕਿ ਦਾਊਦ ਅਬਸਲੋਮ ਦੀ ਮਰਨ ਦੇ ਕਾਰਨ ਬਹੁਤ ਹੀ ਦੁਖੀ ਹੋਇਆ। ਸੋ ਯੋਆਬ ਦੇ ਇਹਨਾਂ ਗੱਲਾਂ ਨੂੰ ਦਾਊਦ ਸਮਝ ਕੇ ਫਿਰ ਉਹ ਡੇਵੜੀ ਉੱਤੇ ਜਾ ਕੇ ਬੈਠਦਾ ਅਤੇ ਇੱਕ ਕਰਕੇ ਦਾਊਦ ਨੂੰ ਲੋਕ ਮਿਲਣ ਆਉਂਦੇ। ਇਸ ਵਿੱਚ ਕੁਝ 3 ਪ੍ਰਕਾਰ ਦੇ ਲੋਕਾਂ ਨੂੰ ਆਪਾਂ ਵੇਖਦੇ ਹਾਂ। ਇੱਕ ਸਭ ਤੋਂ ਪਹਿਲਾ ਜਿਹੜਾ ਸਿਮਈ ਸਾਊਲ ਦੇ ਘਰਾਣੇ ਦੇ ਇੱਕ ਮਨੁੱਖ ਜਿਹੜਾ ਜਦ ਦਾਊਦ ਯਰੂਸ਼ਲਮ ਨੂੰ ਛੱਡ ਕੇ ਜੰਗਲ ਦੇ ਵਿੱਚ ਅਬਸਲੋਮ ਦੇ ਕਾਰਨ ਦੁਖੀ ਹੋ ਕੇ ਜਾ ਰਿਹਾ ਸੀ, ਉਦੋਂ ਜਿਹਨੇ ਦਾਊਦ ਨੂੰ ਸਰਾਪ ਦਿੱਤੀ ਉਹ ਆ ਕੇ ਦਾਊਦ ਕੋਲ ਮਾਫੀ ਮੰਗਦਾ ਅਤੇ ਦਾਊਦ ਉਹਦੀ ਸਰਾਪ ਦੇ ਕਾਰਨ ਉਹਨੂੰ ਨਹੀਂ ਮਾਰਦਾ, ਪਰ ਉਹ ਉਸ ਦਿਨ ਦੀ ਜਿੱਤ ਦੇ ਕਾਰਨ ਉਹਨੂੰ ਮਾਫੀ ਦੇ ਕੇ ਉਹਨੂੰ ਉਹਦੇ ਘਰ ਦੇ ਵਿੱਚ ਸੁਖ ਸਲਾਮਤੀ
ਨਾਲ ਵਾਪਸ ਭੇਜਦਾ ਹੋਇਆ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇੱਕ ਹੋਰ ਮਨੁੱਖ ਸੀ, ਉਹ ਮੇਵੀਬੋਸਤ, ਉਹ ਯੋਨਤਾਨ ਦਾ ਪੁੱਤਰ ਸੀ, ਜਿਹਨੂੰ ਦਾਊਦ ਆਪਣੇ ਕੋਲ ਸਦਾ ਰੋਟੀ ਖਾਣ ਦੀ ਆਗਿਆ ਦਿੱਤਾ ਸੀ। ਉਹ ਮਨੁੱਖ ਦਾਊਦ ਨਾਲ ਨਹੀਂ ਗਿਆ ਅਤੇ ਉਹ ਮਨੁੱਖ ਉਹਦੇ ਟਹਿਲਵਾ ਦੇ ਚੱਲ ਦੇ ਵਿੱਚ ਫਸਿਆ ਸੀ। ਉਹ ਆ ਕੇ ਆਪਣੇ ਗੱਲਾਂ ਦੀ ਸਫਾਈ ਦਾਊਦ ਨੂੰ ਦਿੰਦਾ ਹੋਇਆ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇੱਕ ਹੋਰ ਮਨੁੱਖ ਸੀ ਬਰਸਲਾਈ, ਜੋ ਉਹ ਦਾਊਦ ਲਈ ਰੋਟੀ ਪਾਣੀ ਦੀ ਸੇਵਾ ਮਕਨਾਇਮ ਦੇ ਵਿੱਚ ਦਾਊਦ ਰਹਿੰਦੇ ਹੋਏ ਕੀਤਾ ਸੀ। ਉਹ ਦਾਊਦ ਨੂੰ ਛੱਡਣ ਲਈ ਯਰਦਨ ਤੱਕ ਆ ਰਿਹਾ। ਜਦ ਉਹ ਆ ਰਿਹਾ ਸੀ, ਉਹਦੇ ਨਾਲ ਕਿਰਪਾ ਦੀਆਂ, ਦਇਆ ਦੀਆਂ ਗੱਲਾਂ ਦਾਊਦ ਕਰਦਾ, ਪਰ ਜਦ ਦਾਊਦ ਉਹਨੂੰ ਆਖਦਾ, ਤੂੰ ਸਦਾ ਮੇਰੇ ਨਾਲ ਰਹਿਣਾ ਅਤੇ ਤੂੰ ਮੇਰੇ ਨਾਲ ਯਰੂਸ਼ਲਮ ਚੱਲ, ਪਰ ਉਹ ਬਰਸਲਾਈ ਬਹੁਤ ਵੱਡੇ ਉਮਰ ਵਾਲਾ ਸੀ। ਉਹ ਕਹਿੰਦਾ ਕਿ ਮੈਨੂੰ ਹੁਣ ਇਸ ਧਰਤੀ ਉੱਤੇ ਭੋਗਣ ਦੀ ਕੋਈ ਚੀਜ਼ ਦੀ ਆਸ ਨਹੀਂ, ਸਗੋਂ ਇਸ ਨੂੰ ਜਿਹੜਾ ਉਹਦੇ ਘਰ ਦੇ ਇੱਕ ਬੱਚੇ ਨੂੰ ਬੁਲਾ ਕੇ ਕਹਿੰਦਾ, ਜੇ ਤੂੰ ਮੇਰੇ ਉੱਤੇ ਦਇਆ ਕਰਨਾ ਚਾਹੇ ਤਾਂ ਇਸ ਮਨੁੱਖ ਨੂੰ ਦਇਆ ਕਰ ਕਹਿ ਕੇ ਦਾਊਦ ਕੋਲੋਂ ਵਾਪਸ ਜਾਂਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਨਾਲੇ ਆਪਾਂ ਇਸ ਅਧਿਆਇ ਦੇ ਵਿੱਚ ਇਸ ਪ੍ਰਕਾਰ ਵੇਖਦੇ ਹਾਂ ਕਿ ਇਸਰਾਏਲੀ ਦਾਊਦ ਨੂੰ ਵਾਪਸ ਮੋੜ ਕੇ ਯਰੂਸ਼ਲਮ ਦੇ ਵਿੱਚ ਲੈ ਆਉਣ ਦੀ ਗੱਲਾਂ ਕਰਦੇ, ਪਰ ਦਾਊਦ ਆਖਦਾ, ਮੈਨੂੰ ਸਭ ਤੋਂ ਪਹਿਲਾਂ ਮੇਰੇ ਲੋਕ ਯਹੂਦੀ ਮੈਨੂੰ ਵਾਪਸ ਯਰੂਸ਼ਲਮ ਦੇ ਵਿੱਚ ਲੈ ਜਾਵੇ। ਤਾਂ ਉਹ ਸੁਨੇਹਾ ਕੱਢਦਾ ਹੈ ਕਿ ਯਹੂਦੀਆਂ ਦੇ ਬਜ਼ੁਰਗਾਂ ਕੋਲ ਤੁਸੀਂ ਸਭ ਤੋਂ ਪਹਿਲਾਂ ਆ ਕੇ ਮੈਨੂੰ ਯਰੂਸ਼ਲਮ ਵਿੱਚ ਲੈ ਚੱਲ। ਇਸ ਗੱਲ ਦੇ ਕਾਰਨ ਇਸਰਾਏਲੀ ਅਤੇ ਯਹੂਦੀਆਂ ਦੇ ਵਿਚਕਾਰ ਲੜਾਈ ਪੈਂਦੀ ਹੈ। ਤਾਂ ਕਰਕੇ ਦਾਊਦ ਜ਼ਬੂਰ 24 ਦੇ ਵਿੱਚ ਇਸ ਪ੍ਰਕਾਰ ਲਿਖਦਾ ਹੈ ਕਿ ਤੁਸੀਂ ਸਾਰੇ ਸੋਚਦੇ ਹੋ ਕਿ ਮੈਂ ਜਲਾਲ ਦਾ ਬਾਦਸ਼ਾਹ ਹਾਂ, ਪਰ ਦਾਊਦ ਇਹ ਆਖਦਾ ਹੈ ਕਿ ਮੈਂ ਜਲਾਲ ਦਾ ਬਾਦਸ਼ਾਹ ਨਹੀਂ, ਕਿਉਂਕਿ ਜਲਾਲ ਦਾ ਬਾਦਸ਼ਾਹ ਉਹ ਹੈ ਜਿਨੇ ਧਰਤੀ ਦੀ ਨੀਂਹ ਨੂੰ ਸਮੁੰਦਰ ਦੇ ਉੱਤੇ ਧਰਿਆ ਅਤੇ ਜਿਹਦੇ ਕਹਿਣ ਦੇ ਰਾਹੀਂ ਸਭ ਕੁਝ ਇਸ ਧਰਤੀ ਉੱਤੇ ਬਣਿਆ ਗਿਆ ਅਤੇ ਹਰ ਪ੍ਰਕਾਰ ਦੀ ਬਰਕਤਾਂ ਜਿਹਦੇ ਵੱਲੋਂ ਆਪਾਂ ਨੂੰ ਆਉਂਦੀ ਹੈ ਅਤੇ ਉਹਦੇ ਭੈ ਮੰਨਣ ਵਾਲਿਆਂ ਨੂੰ, ਜਿਨੇ ਉਹਦੇ ਡਰ ਮੰਨਣ ਵਾਲਿਆਂ ਨੂੰ, ਉਹਦੇ ਚੁਣੇ ਹੋਏ ਲੋਕਾਂ ਨੂੰ ਸਦਾ ਬਰਕਤ ਦਿੰਦਾ ਕਰਕੇ ਇਸ ਅਧਿਆਇ ਦੇ ਵਿੱਚ ਲਿਖਦਾ। ਲੂਕਾ ਦੀ ਇੰਜੀਲ ਅਧਿਆਇ 1 ਦੇ ਵਿੱਚ ਆਪਾਂ ਵੇਖਦੇ ਹਾਂ, ਯੂਹੰਨਾ ਬਪਤਿਸਮਾ ਦੇਣ ਵਾਲਿਆਂ ਦੀ ਜਨਮ ਦੇ ਪ੍ਰਤੀ ਜਿਬਰਾਇਲ ਦੂਤ ਜ਼ਕਰੀਆ ਨੂੰ ਐਲਾਨ ਕਰਦਾ। ਜਦ ਇਹ ਖਬਰ ਜ਼ਕਰੀਆ ਨੂੰ ਪਹੁੰਚਦੀ, ਜ਼ਕਰੀਆ ਉਸ ਗੱਲ ਉੱਤੇ ਵਿਸ਼ਵਾਸ ਨਹੀਂ ਕਰਦਾ, ਇਸ ਕਾਰਨ ਉਹਨੂੰ ਗੁੰਗਾ ਹੋਣਾ ਪਿਆ। ਪਰ ਜਦ ਜਿਬਰਾਇਲ ਦੂਤ ਮਰੀਮ ਕੋਲ ਆ ਕੇ ਯਿਸੂ ਮਸੀਹ ਦੀ ਜਨਮ ਦੇ ਪ੍ਰਤੀ ਆਖਦਾ, ਤਾਂ ਝਟ ਮਰੀਮ ਨੇ ਆਪਣੇ ਆਪ ਨੂੰ ਪਰਮੇਸ਼ਰ ਦੀ ਮਰਜ਼ੀ ਲਈ ਸੌਂਪਦੀ ਹੈ। ਨਾਲੇ ਜਿਵੇਂ ਉਹਨੇ ਕਿਹਾ ਸੀ ਉਵੇਂ ਉਹ ਐਲਿਜ਼ਾਬੈਥ ਨੂੰ ਮਿਲਣ ਜਾਂਦੀ ਹੈ ਅਤੇ ਉੱਤੇ ਉਹ ਆਪਣੀ ਸਾਰੀਆਂ ਗੱਲਾਂ ਨੂੰ ਭੁੱਲ ਕੇ ਅਤੇ ਲੋਕ ਮੈਨੂੰ ਕੀ ਕਹਿਣਗੇ ਅਤੇ ਮੈਨੂੰ ਕੀ ਨਾਮ ਲੈ ਕੇ ਬੁਲਾਉਣਗੇ, ਇਹਨਾਂ ਸਾਰੀ ਗੱਲਾਂ ਦੀ ਚਿੰਤਾ ਨੂੰ ਛੱਡ ਕੇ ਮੁਕਤੀ ਦਾਤਾ ਮੇਰੇ ਢਿੱਡ ਤੋਂ ਜਨਮ ਹੋਣ ਵਾਲਾ ਹੈ, ਇਹ ਸੋਚ ਕੇ ਇੱਕ ਬਹੁਤ ਵੱਡੀ ਪਰਮੇਸ਼ਰ ਦੀ ਉਸਤਤ ਕਰਨ ਵਾਲੀ ਭਜਨ ਨੂੰ ਬੋਲਦੀ ਹੈ। ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਯੂਹੰਨਾ ਬਪਤਿਸਮਾ ਵਾਲਿਆਂ ਦੀ ਜਨਮ ਹੁੰਦਾ ਅਤੇ ਜਦ ਜ਼ਕਰੀਆ ਬੋਲਣ ਸ਼ੁਰੂ ਕਰਦਾ, ਉਦੋਂ ਉਹ ਪਰਮੇਸ਼ਰ ਦੀ ਸਾਮਰਥ ਦੇ ਪ੍ਰਤੀ ਅਤੇ ਉਹਦੇ ਤਾਕਤ ਦੇ ਪ੍ਰਤੀ ਭਜਨ ਬੋਲਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ।
ਇਹਨਾਂ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਕੁਝ ਗੱਲਾਂ ਨੂੰ ਵੇਖਦੇ ਹਾਂ ਜਿਹੜਾ ਪਰਮੇਸ਼ਰ ਦੀ ਮਰਜ਼ੀ ਲਈ ਆਪਣੇ ਆਪ ਨੂੰ ਸੌਂਪਦਾ ਹੈ ਉਹ ਉਹਦੀ ਪੂਰੀ ਜ਼ਿੰਦਗੀ ਦੇ ਵਿੱਚ ਵੱਡਾ ਵੱਡਾ ਕੰਮ ਕਰਨ ਵਾਲਾ ਬਣੇਗਾ ਕਰਕੇ। ਸੋ ਪ੍ਰਭੂ ਦੇ ਪਿਆਰਿਓ, ਪ੍ਰਭੂ ਦੀ ਮਰਜ਼ੀ ਤੁਹਾਡੇ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਹੋਣ ਲਈ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਸੌਂਪਾਂਗੇ ਤਾਂ ਕਿ ਪਰਮੇਸ਼ਰ ਆਪਣੇ ਰਾਹੀਂ ਇਸ ਸਾਰੀ ਧਰਤੀ ਉੱਤੇ ਪ੍ਰਗਟ ਹੋਵੇ। ਇਹਨਾਂ ਸਾਰੇ ਵਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।